ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਭਾਵ ਸੁਹਾਵੇ ਜਾਨਤੋ ਧਿਰ ਜੁਲ ਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਨਤੋ ਜਸ ਗਾਵੇ, ਜੀਉ ਪਿਆਤ ਸ਼ਰਨੀ। ਤੈਂਡੇ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਤੁਮਰੇ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸਬਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਐ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਸ਼ੈ ਸੁਖ ਸਹਿਜਾ। ਘਰ ਆਨੰਦ ਹਮਾਰੈ, ਰਹਾਉ ਅੰਤਰਜਾਮੀ ਕਰਨੈ ਹਾਰਾ। ਸੋਈ ਖਸਮ ਹਮਾਰਾ, ਨਿਰ
ਨਿਰਭਉ ਭਏ ਗੁਰ ਚਰਣੀ ਲਾਗੇ। ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ। ਹੈਪੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ, ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰਦੁਆਰ ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਰਸ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਸਥਾਨ ਦੇ ਬਾਰੇ ਵਿੱਚ ਕਦੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਿੱਖਾ, ਜੇ ਤੇਰੇ ਮਨ ਵਿੱਚ ਕਿਤੇ ਵਿਚਾਰ ਪੈਦਾ ਹੋ ਜਾਏ ਨਾ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਜਾਣਾ, ਤੇ ਵੇਖੀ ਕਿਤੇ ਦੇਰੀ ਨਾ ਕਰੀ, ਕਿਤੇ ਸੋਚ ਵਿੱਚ ਨਾ ਪੈ ਜਾਈ, ਇਸ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਏ, ਉਸੇ ਵੇਲੇ ਚੱਲ ਪਈ। ਪਰ ਇੱਕ ਗੱਲ ਨਾਲ ਹੋਰ ਕਹਿ ਦਿੱਤੀ, ਕਹਿਣ ਲੱਗੇ ਜਦੋਂ ਤੂੰ ਪਹੁੰਚ ਜਾਏ ਪਰਿਕਰਮਾ ਵਿੱਚ, ਫਿਰ ਵੇਖੀ ਕਿਤੇ ਕਾਹਲੀ ਨਾ ਕਰੀ। ਤੇ ਪੁੱਛਿਆ ਪ੍ਰੋਫੈਸਰ ਸਾਹਿਬ, ਪਹਿਲਾਂ ਕਹਿੰਦੇ ਉਹ ਦੇਰੀ ਨਾ ਕਰੀ, ਫਿਰ ਕਹਿੰਦੇ ਉਹ ਕਾਹਲੀ ਨਾ ਕਰੀ, ਇਹਦਾ ਕੀ ਮਤਲਬ? ਕਹਿਣ ਲੱਗੇ ਪਿਆਰਿਆ, ਮੈਂ ਇਸ ਕਰਕੇ ਤੈਨੂੰ ਕਹਿ ਰਿਹਾ ਕਿ ਤੂੰ ਜਿੰਨਾ ਪਰਿਕਰਮਾ ਵਿੱਚੋਂ ਤੁਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਨਾ, ਉਸ ਪਰਿਕਰਮਾ ਦੀਆਂ ਇੱਕ ਇੱਕ ਸਿਲ ਦੇ ਥੱਲੇ 100-100 ਸ਼ਹੀਦਾਂ ਦੇ ਸਿਰ ਲੱਗੇ ਨੇ। ਇਸ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਜੇ ਤੂੰ ਕਿਤੇ ਕਾਹਲੀ ਵਿੱਚ ਲੰਘ ਗਿਆ ਤੇ ਉਹਨਾਂ ਸ਼ਹੀਦਾਂ ਦੀ ਨਰਾਦਰੀ ਹੋ ਜਾਏਗੀ, ਤਿਰਸਕਾਰ ਹੋ ਜਾਏਗਾ। ਇਹ ਉਹ ਪਾਵਨ ਸਥਾਨ ਹੈ ਜਿੱਥੇ ਆਪ ਨਤਮਸਤਕ ਹੋਏ, ਔਰ ਉੱਥੋਂ ਹੀ ਇਹ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜਿਸ ਦੀ ਵਿਚਾਰ ਅਸਾਂ ਰਲ ਮਿਲ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਰਨੀ ਹੈ। ਤੋ ਗੁਰੂ ਸਵਾਰਿਓ, ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਦਾ ਇਹ ਜੋ ਮੁਬਾਰਕ ਹੁਕਮ ਹੈ, ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 609 ਤੇ ਸਬਾਇਮਾਨ ਹੈ। ਇਸ ਮੁਬਾਰਕ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ, ਉਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਪਣੇ ਸਤਿਗੁਰ ਕੈ ਬਲਹਾਰੇ। ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ। ਤੇ ਕਿਉਂ, ਕੀ ਕਾਰਨ ਹੈ? ਸਾਹਿਬ ਕਹਿੰਦੇ ਨੇ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ। ਕਹਿੰਦੇ ਨੇ ਮੇਰਾ ਗੁਰੂ ਐਸਾ ਹੈ, ਉਹਨੇ ਇੰਨੀ ਕੁ ਕਿਰਪਾ ਕਰ ਦਿੱਤੀ ਕਿ ਮੇਰੇ ਹਿਰਦੇ ਰੂਪੀ ਘਰ ਵਿੱਚ ਆਤਮਕ ਆਨੰਦ ਬਣ ਗਿਆ। ਔਰ ਕੇਵਲ ਇੱਥੇ ਹੀ ਨਹੀਂ, ਇਸ ਲੋਕ ਵਿੱਚ ਵੀ ਆਨੰਦ ਹੈ। ਆਗੈ ਸੁਖ ਪਾਛੈ ਸੁਖ ਸਹਿਜਾ। ਕਹਿੰਦੇ ਨੇ ਇੱਥੇ ਵੀ ਹੈ ਤੇ ਪਰਲੋਕ ਵਿੱਚ ਵੀ ਇਹ ਆਨੰਦ ਜਿਹੜਾ ਨਾ ਇਹ ਬਣਿਆ ਰਹਿੰਦਾ ਹੈ। ਉਹ ਆਪਣੀ ਕਿਰਪਾ ਪਰਲੋਕ ਵਿੱਚ ਵੀ ਕਰਦਾ ਹੈ, ਲੋਕ ਵਿੱਚ ਵੀ ਕਰਦਾ ਹੈ। ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਇੰਨੀ ਕੁ ਕਿਰਪਾ ਕਰਦਾ ਹੈ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਬਹੁਤਾ ਚਿਰ ਨਹੀਂ, ਬਸ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ ਹੈ। ਮੇਰੇ ਗੁਰੂ ਦੇ ਵਿੱਚ ਐਸੀ ਸਮਰੱਥਾ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਉਸ ਗੁਰੂ ਤੋਂ ਬਲਹਾਰ, ਉਸ ਗੁਰੂ ਤੋਂ ਸਦਕੇ ਜਾਂਦੇ ਹਾਂ। ਆਓ ਮੇਰੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ। ਆਰੰਭ ਦੀਆਂ ਪੰਕਤੀਆਂ ਬੜੇ ਹੀ ਪਿਆਰ ਦੇ ਨਾਲ ਮਾਨਯੋਗ ਸਿੰਘ ਸਾਹਿਬ ਜੀ ਤੋਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ। ਸੋਰਠ ਰਾਗ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਗੁਰਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ। ਪ੍ਰਗਾਸਾ ਦਾ ਅਰਥ ਹੈ ਪ੍ਰਕਾਸ਼, ਚਾਨਣ। ਤੇ ਇਹ ਚਾਨਣ ਕਿੱਥੋਂ ਮਿਲ ਗਿਆ? ਜਿਹੜਾ ਮਨ ਦੇ ਵਿੱਚ ਹਨੇਰਾ ਸੀ। ਹਕੀਕਤ ਕੀ ਹੈ ਕਿ ਮਨੁੱਖ ਦੇ ਅੰਦਰ ਹਨੇਰਾ ਹੈ, ਔਰ ਇਹ ਜਿਹੜਾ ਹਨੇਰਾ ਹੈ ਇਹ ਬਾਹਰ ਦੇ ਚਾਨਣ ਨਾਲ ਨਹੀਂ ਮਿਟਦਾ। ਤਾਂ ਹੀ ਤੇ ਮੇਰੇ ਸਾਹਿਬ ਜੀ ਨੇ ਕਿਹਾ, ਪਾਤਸ਼ਾਹ ਕਹਿੰਦੇ ਨੇ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਕਹਿੰਦੇ ਨੇ ਭਾਵੇਂ 100 ਚੰਦਰਮਾ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਹਨੇਰਾ ਹੀ ਹੈ। ਕਿਉਂ? ਕਿਉਂਕਿ ਸੂਰਜ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ, ਚੰਦਰਮਾ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ। ਤੇ ਹਨੇਰਾ ਕਿੱਥੇ ਹੈ? ਹਨੇਰਾ ਤੇ ਮਨੁੱਖ ਦੇ ਅੰਦਰ ਹੈ। ਅੰਦਰ ਦਾ ਹਨੇਰਾ ਬਾਹਰ ਦੀ ਰੋਸ਼ਨੀ ਨਾਲ ਨਹੀਂ ਜਾ ਸਕਦਾ, ਬਾਹਰ ਜਿੰਨੀ ਮਰਜ਼ੀ ਰੋਸ਼ਨੀ ਹੋਵੇ। ਸਾਡੇ ਇੱਕ ਦੇਸ਼ ਦਾ ਮਹਾਨ ਸ਼ਾਇਰ ਹੋਇਆ ਹੈ ਮੀਰ। ਉਸਨੇ ਬੜਾ ਕੁਝ ਲਿਖਿਆ, ਪਰ ਜਦੋਂ ਆਖਰੀ ਸਮਾਂ ਆਇਆ ਨਾ ਜੀ, ਤੇ ਚੇਲਿਆਂ ਨੇ ਪੁੱਛ ਲਿਆ, ਕਹਿਣ ਲੱਗੇ, ਉਸਤਾਦ ਜੀ ਤੁਸੀਂ ਤੇ ਬਹੁਤ ਕੁਝ ਲਿਖਿਆ, ਬਹੁਤ ਕੁਝ ਬੋਲਿਆ, ਹੁਣ ਤੇ ਤੁਸੀਂ ਰੁਖਸਤ ਹੋਣ ਲੱਗਿਆਂ ਬੜੇ ਪ੍ਰਸੰਨ ਚਿੱਤ ਹੋ ਕੇ ਜਾ ਰਹੇ ਹੋਵੋਗੇ। ਤੇ ਉਸ ਮਹਾਨ ਸ਼ਾਇਰ ਦੀਆਂ ਅੱਖਾਂ ਛਲਕ ਆਈਆਂ, ਅੱਖਾਂ 'ਚ ਆਂਸੂ ਆ ਗਏ। ਉਸਨੇ ਜਿਹੜੀ ਗੱਲ ਕਹੀ ਨਾ, ਕਹਿੰਦੇ ਨੇ, ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੋਈ। ਕਹਿੰਦੇ ਨੇ ਮੈਨੂੰ ਇਸ ਜ਼ਿੰਦਗੀ ਤੋਂ ਖੁਸ਼ੀ ਨਹੀਂ ਮਿਲ ਸਕੀ। ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੁਈ। ਪੁੱਛਿਆ ਕਿਉਂ? ਕਹਿਣ ਲੱਗੇ, ਜਹਾਂ ਰੋਸ਼ਨੀ ਹੋਣੀ ਥੀ ਰੋਸ਼ਨੀ ਨਹੀਂ ਹੋਈ। ਜਿੱਥੇ ਰੋਸ਼ਨੀ ਹੋਣੀ ਚਾਹੀਦੀ ਸੀ ਉੱਥੇ ਤੇ ਹਨੇਰਾ ਹੀ ਹੈ, ਉੱਥੇ ਤੇ ਚਾਨਣ ਹੋਇਆ ਕੋਈ ਨਹੀਂ। ਉਹ ਰੋਸ਼ਨੀ ਕਿੱਥੇ ਹੋਣੀ ਚਾਹੀਦੀ ਸੀ? ਮਨੁੱਖ ਦੇ ਅੰਦਰ। ਕਬੀਰ ਸਾਹਿਬ ਵੀ ਕਹਿੰਦੇ ਨੇ, ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਕਹਿੰਦੇ ਨੇ ਦੀਵਾ ਚਾਹੀਦਾ ਹੈ, ਕਾਹਦੇ ਵਾਸਤੇ? ਹਨੇਰੇ ਲਈ। ਉਹ ਕਿਹੜਾ ਦੀਵਾ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ। ਉਹ ਗੁਰੂ ਦਾ ਸ਼ਬਦ ਹੈ
जिसने अंदर प्रकाश करना है, जिसने अंदर रोशनी करनी है। इत्ते चानण हुंदियां गुर बिन घोर अंधार। इन्ना चानण होण दे बगैर भी गुरु तो बिना हनेरा ही है। मनुख दे अंदर हनेरा है और गुरु दा शब्द, सतगुर शब्द अजारो दीपा। गुरु दा शब्द है एक ऐसा दीपक जिहड़ा अंदर नूं प्रकाशमान कर दिंदा है। पर कमाल दी गल यह है कि हुण किहड़े गुरु दा शब्द करदा है। अजकल ते मैं वेख्या गुरु ही बड़े बन बैठे ने। गुरु ते वखरी गल है, भगवान बड़े बन गए। 84 भगवान साडे देश विच सन, थोड़े जे मर गए ने, कुछ अजे भी अजे रहिंदे ने। अपने आप नूं भगवान अखवाण वाले रब बने बैठे ने। तो किहड़ा गुरु है जिहड़ा अंदर रोशनी करदा है, जिहड़ा अंदर प्रकाश करदा है। बड़ा प्यारा बचन करदे ने कबीर साहब जी। कहंदे ने कि जे चाहना कि तेरा मेल परमात्मा नाल हो जाए तो फिर एक गल याद रखी, एवें कच्चियां नाल ना जुड़ी। अजकल कच्चियां दी भीड़ बहुत ज़्यादा है। मैं तो कई बारी कहना कि अज बदकिस्मती है कि पूर्ण गुरसिख लभना होवे ते बड़ा कठिन है। पर सच जाणियो, जे गुरु लभना है तो हर पिंड च ही कोई ना कोई दुकान खोल के बैठा जे। हर पिंड च कोई ना कोई बैठे ने। एक अदीब ने बड़ी सोहनी गल कही है। वो कहंदे ने, रब दे हुंदियां लोकी रब तो संगदे वेखे, मंगते मंगतियां कोलों मुरादां मंगदे वेखे। एक मंगता खलोता होवे ते दूजा उहदे अगे मंगता आके खड़ा हो जाए, भावें सवेर तो शाम तक खड़े रहन, दोवे भुखे ते मर सकते ने पर प्राप्ति कुछ भी नहीं होनी, क्योंकि दोवे भिखारी ने। रब दे हुंदियां लोकी रब तो संगदे वेखे, मंगते मंगतियां कोलों मुरादां मंगदे वेखे। जिन्हां दे तवीज़ां तो मिलदी शफा लोकां नूं, आप महापुरुष मारे होए अधरंग दे वेखे। जिन्हां नूं आप नूं शूगर होई हुंदी है, इन्हां दूजिआं नूं पुड़ियां बन बन देई जांदे ने। ਜਿਹੜੇ आप ਅੱਖਾਂ ਤੋਂ ਅੰਨੇ ਨੇ ਉਹ ਕਮਲ ਨੈਣ ਸੁਰਮਾ ਵੇਚਦੇ ਫਿਰਦੇ। ਜਿਹਨੂੰ ਆਪਣੇ ਘਰ ਦਾ ਗਿਆਨ ਨਹੀਂ, ਉਹ ਦੂਜੇ ਦੇ ਘਰ ਦਾ ਗਿਆਨ ਕੀ ਦੇਵੇਗਾ। ਪਰ ਬਦਕਿਸਮਤੀ ਕਿ ਅੱਜ ਮਨੁੱਖ ਇੰਨਾ ਕੁ ਭਟਕ ਗਿਆ ਕਿ ਕੱਚਿਆਂ ਦੇ ਮਗਰ ਤੁਰਿਆ ਫਿਰਦਾ ਹੈ। ਗੁਰੂ ਸਵਾਰਿਓ, ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਗੱਲ ਕਹੀ ਸੀ। बाबा बंदा सिंह बहादुर जदों अजे अमृत नहीं सी ना छकिया ते नंदेड़ साहब की धरती ते, उस वेले मेरे साहब जी ने क्या कहन लगे, तेरा नां की है? इन्हें कहा जी मेरा नां बंदा। कहन लगे, जे बंदा है तो फिर काम भी बंदियां वाले कर, तू काम किहड़े लैके बैठा? पुछ लिया तेरा गुरु कौन है? इन्हें 3 गुरु धारण किए सन जीवन में। जिहड़ा आखिरी सी ना, उहदा नां सी औगड़नाथ। कहन लगे तेरा गुरु कौन है? कहन लगे जी औगड़नाथ। वो कहने लगे अपने गुरु नूं बुला। पातशाह कहंदे ने अपने गुरु नूं बुला। हथ जोड़ के कहन लगा जी वो ते मुक्त हो गए ने। ते पातशाह जी हस के कहन लगे तेरा गुरु मुक्त नहीं होया ते ना तू ही मुक्त होना है। बड़ा हैरान होया पातशाह, महाराज वो किवें? कहन लगे वो सामने जिहड़ा दरख्त है ना, ਉਹਦੇ ਨਾਲ ਇੱਕ ਫਲ ਲੱਗਾ, ਉਹ ਤੋੜ ਕੇ ਲਿਆ। ਇਸਨੇ ਫਲ ਤੋੜਿਆ ਤੇ ਕਹਿਣ ਲੱਗੇ ਸਾਡੇ ਸਾਹਮਣੇ ਸਾਰਿਆਂ ਦੇ ਨੂੰ ਕੱਟ, ਇਹਦੇ ਵਿੱਚੋਂ ਇੱਕ ਕੀੜਾ ਨਿਕਲੇਗਾ। ਆਪਣੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਜੇ ਇਹਨੇ ਆਪਣੀ ਆਵਾਜ਼ ਵਿੱਚ ਤੈਨੂੰ ਅੱਗੋਂ ਜਵਾਬ ਦੇ ਦਿੱਤਾ ਨਾ ਤੇ ਸਮਝ ਲਈ ਕਿ ਤੇਰਾ ਗੁਰੂ ਆ ਹੀ ਬੈਠਾ। ਸੱਚਮੁੱਚ ਇਸਨੇ ਜਦੋਂ ਉਸ ਫਲ ਨੂੰ ਕੱਟਿਆ ਤੇ ਵਿੱਚੋਂ ਇੱਕ ਕੀੜਾ ਨਿਕਲਿਆ। ਇਹਨੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਉਹਨੇ 3 ਵਾਰੀ ਅੱਗੋਂ ਕਿਰ ਕਿਰ ਕਰਕੇ ਜਵਾਬ ਦਿੱਤਾ ਤੇ ਭੁੱਬਾਂ ਨਿਕਲ ਗਈਆਂ, ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰ ਦਿਓ, ਮੇਰੇ ਗੁਰੂ ਨੂੰ ਵੀ ਮੁਕਤ ਕਰ ਦਿਓ ਤੇ ਮੇਰੇ ਵੀ ਸਿਰ ਤੇ ਹੱਥ ਰੱਖ ਦਿਓ। ਤੇ ਮੇਰੇ ਸਾਹਿਬ ਜੀ ਨੇ ਮੁਕਤ ਕੀਤਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਜਿਹੜਾ ਆਪ ਪੂਰਾ ਹੈ ਉਹ ਦੂਜੇ ਨੂੰ पूरा कर सकता है, जिहड़ा आप अधूरा है ना, वो कदे दूजिआं नूं पूरा नहीं कर सकता।
ਪਰ ਪੂਰਾ ਗੁਰੂ ਜਿਹੜਾ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਕਹਿੰਦੇ ਨੇ ਜੇ ਪਿਆਰ ਦੀ ਖੇਡ ਖੇਡਣੀ ਹੈ ਨਾ, ਤੇ ਐਵੇਂ ਕੱਚਿਆਂ ਦੇ ਡੇਰਿਆਂ ਤੇ ਨਾ ਮੱਥੇ ਰਗੜਦਾ ਫਿਰੀ, ਐਵੇਂ ਪਿੱਪਲਾਂ ਦੀ ਪੂਜਾ ਨਾ ਕਰਦਾ ਫਿਰੀ, ਐਵੇਂ ਮੜੀਆਂ ਮਸਾਣਿਆਂ ਤੇ ਨਾ ਨੱਕ ਰਗੜਦਾ ਫਿਰੀ। ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਕਹਿੰਦੇ ਨੇ ਕੱਚੀ ਸਰੋਂ ਕੋਲੂ ਵਿੱਚ ਪਾ ਵੀ ਦਈਏ ਨਾ, ਨਾ ਤੇ ਖਾਲੀ ਲੱਭਦੀ ਏ ਨਾ ਤੇਲੀ ਲੱਭਦਾ, ਦੋਹਾਂ ਚ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸਾਂਝ ਜਿਹੜੀ ਹੈ ਨਾ ਉਹ ਕੱਚਿਆਂ ਨਾਲ ਪੈ ਗਈ। ਕੱਚੀ ਹਰ ਚੀਜ਼ ਧੋਖਾ ਦੇ ਜਾਂਦੀ ਏ। ਮਕਾਨ ਦੀ ਨੀਂਹ ਦੀ ਇੱਟ ਕੱਚੀ ਰੱਖ ਦਿਓ, ਧੋਖਾ ਦੇ ਜਾਏਗੀ। ਕੱਪੜੇ ਨੂੰ ਰੰਗ ਕੱਚਾ ਚਾੜ ਦਿਓ, ਇੱਕ ਦਿਨ ਧੋਖਾ ਦੇ ਜਾਏਗਾ। ਕੱਚਾ ਭੋਜਨ ਬੰਦੇ ਨੂੰ ਬਿਮਾਰ ਕਰ ਦਿੰਦਾ ਹੈ। ਕੱਚੇ ਰਾਹ ਤੇ ਕੋਈ ਤੁਰਨਾ ਪਸੰਦ ਨਹੀਂ ਕਰਦਾ। ਕੱਚੀਆਂ ਗੱਲਾਂ ਕਰਨ ਵਾਲੇ ਬੰਦੇ ਤੇ ਕੋਈ ਭਰੋਸਾ ਨਹੀਂ ਕਰਦਾ। ਤੇ ਸੱਚ ਜਾਣਿਓ, ਕੱਚਾ ਗੁਰੂ ਵੀ ਇੱਕ ਦਿਨ ਧੋਖਾ ਦੇ ਜਾਂਦਾ ਹੈ। ਕੱਚਾ ਗੁਰੂ ਵੀ ਧੋਖਾ ਦੇਵੇਗਾ। ਜਿਸ ਦਿਨ ਪੱਕੇ ਨਾਲ ਸਾਂਝ ਪੈ ਗਈ, ਉਦਣ ਅੰਦਰ ਪ੍ਰਕਾਸ਼ ਹੋਵੇਗਾ। ਤੇ ਜੇ ਆਪਣਾ ਪ੍ਰਕਾਸ਼ ਅੰਦਰ ਦਾ ਨਾ ਹੋਵੇ ਤੇ ਬੰਦਾ ਠੋਕਰਾਂ ਹੀ ਖਾਂਦਾ ਹੈ। ਮੈਂ ਪੜ੍ਹਿਆ ਕਿ ਕਿਸੇ ਬਜ਼ੁਰਗ ਦੇ ਨਾ 10 ਕੁ ਪੁੱਤਰ ਸਨ ਤੇ 10 ਨੂੰਹਾਂ। ਬੜਾ ਉਹਨਾਂ ਬੱਚਿਆਂ ਵਾਸਤੇ ਕੀਤਾ, ਤੇ ਹੌਲੀ ਹੌਲੀ ਜਦੋਂ ਬੁਢੇਪਾ ਆ ਗਿਆ ਨਾ, ਤੇ ਅੱਖਾਂ ਵਿੱਚ ਮੋਤੀਆ ਉਤਰ ਆਇਆ, ਅੱਖਾਂ ਤੋਂ ਦਿਸਣੋਂ ਹਟ ਗਿਆ। ਤੇ ਕਿਸੇ ਨੇ ਕਹਿ ਦਿੱਤਾ, ਬਾਪੂ ਜੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਆਪਰੇਸ਼ਨ ਕਰਾ ਲਓ। ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਮੈਂ ਕੀ ਕਰਨਾ ਅੱਖਾਂ ਬਣਾ ਕੇ, 40 ਅੱਖਾਂ ਮੇਰੀਆਂ ਹੀ ਨੇ, ਮੇਰੇ ਪੁੱਤਰ ਮੇਰੇ ਨੂੰਹਾਂ, 40 ਅੱਖਾਂ ਮੇਰੀਆਂ ਹੀ ਨੇ, ਮੈਂ ਕੀ ਕਰਨੀਆਂ ਅੱਖਾਂ। ਪਰ ਬਦਕਿਸਮਤੀ ਇੱਕ ਦਿਨ ਘਰ ਨੂੰ ਅੱਗ ਲੱਗ ਗਈ। ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਨੂੰਹਾਂ ਪੁੱਤਰ ਛਾਲਾਂ ਮਾਰਦੇ ਭੱਜ ਗਏ। ਬਾਪੂ ਚੀਕਾਂ ਮਾਰਦਾ ਰਹਿ ਗਿਆ। ਸਮਝ ਆ ਗਈ, ਕਹਿਣ ਲੱਗਾ ਉਹ ਜੇ ਮੇਰੀਆਂ ਵੀ ਅੱਖਾਂ ਹੁੰਦੀਆਂ ਤੇ ਮੈਂ ਵੀ ਅੱਜ ਭੱਜ ਕੇ ਬਾਹਰ ਨਿਕਲ ਜਾਂਦਾ। ਇਹ ਸੰਸਾਰ ਰੂਪੀ ਅੱਗ ਦੇ ਵਿੱਚੋਂ ਵੀ ਗੁਰੂ ਸਵਾਰਿਓ, ਜੇ ਆਪਣਾ ਅੱਖਾਂ ਦਾ ਅੰਦਰ ਦਾ ਚਾਨਣ ਹੋਵੇਗਾ ਤਾਂ ਹੀ ਬਚ ਸਕਾਂਗੇ। ਕੇਵਲ ਦੂਜਿਆਂ ਦੇ ਆਸਰੇ ਤੇ ਨਹੀਂ ਰਹਿਣਾ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ। ਪਰ ਪੂਰਾ ਗੁਰੂ ਜਿਹੜਾ ਨਾ ਮਿਲਦਾ ਵੱਡੇ ਭਾਗਾਂ ਨਾਲ ਜੀ। ਇੱਕ ਗੱਲ ਯਾਦ ਰੱਖਿਓ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਪੂਰਾ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। 4 ਵਾਰੀ ਜਿਹੜਾ ਮੰਗਲ ਆਉਂਦਾ ਨਾ ਵੱਖ-ਵੱਖ ਰੂਪਾਂ ਵਿੱਚ, ਅਖੀਰ ਤੇ ਉਸ ਦੇ ਕੇਵਲ ਗੁਰ ਪ੍ਰਸਾਦ ਹੀ। ਗੁਰ ਪ੍ਰਸਾਦ ਤੋਂ ਭਾਵ ਹੀ ਹੈ ਕਿ ਪਰਮਾਤਮਾ ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਪਰਮਾਤਮਾ ਨਹੀਂ ਮਿਲਦਾ। ਜਦੋਂ ਗੁਰੂ ਕਿਰਪਾ ਕਰਦਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੀ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਿਆ ਜਦੋਂ ਪੂਰੇ ਗੁਰੂ ਦਾ ਸ਼ਬਦ ਕੰਨਾਂ ਦੇ ਨਾਲ ਸੁਣਿਆ। ਪੂਰੇ ਗੁਰੂ ਦਾ ਸ਼ਬਦ ਜਦੋਂ ਕੰਨਾਂ ਵਿੱਚ ਪੈ ਗਿਆ, ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਮੀਰਾ ਵਿਆਹੀ ਗਈ ਮੇਵਾੜ ਦੇ ਰਾਜੇ ਦੇ ਨਾਲ। ਤੇ ਮੇਵਾੜ ਦਾ ਰਾਜਾ ਜਿਹੜਾ ਸੀ ਨਾ, ਵਿਆਹ ਕੇ ਤੇ ਲੈ ਕੇ ਆਇਆ, ਪਰ ਮੀਰਾ ਹਰ ਵੇਲੇ ਭਜਨ ਹੀ ਗਾਉਂਦੀ ਰਹਿੰਦੀ, ਹਰ ਵੇਲੇ ਪਰਮਾਤਮਾ ਦੇ ਗੀਤ ਗਾਉਂਦੀ ਰਹਿੰਦੀ ਸੀ। ਇਹਨੇ ਸੋਚਿਆ ਵੀ ਹੱਦ ਹੋ ਗਈ, ਮੈਂ ਤੇ ਵਿਆਹ ਕੇ ਲਿਆਇਆ ਸਾਂ ਕਿ ਮੈਨੂੰ ਸੁੱਖ ਮਿਲੇਗਾ। ਕਿਉਂਕਿ ਸੱਚ ਜਾਣਿਓ, ਬੰਦੇ ਦੇ ਅੰਦਰ ਇੱਕੋ ਹੀ ਖਾਸ਼ ਹੈ, ਉਹ ਹੁੰਦੀ ਹੈ ਕਿ ਸੁੱਖ ਮਿਲ ਜਾਏ। ਮੈਨੂੰ ਕਿਸੇ ਵੀ ਤਰੀਕੇ ਨਾਲ ਸੁੱਖ ਮਿਲਣਾ ਚਾਹੀਦਾ। ਜੇ ਨਾ ਮਿਲੇ ਤੇ ਨਾਤੇ ਟੁੱਟ ਜਾਂਦੇ ਨੇ। ਇਹ ਵਿਆਹ ਕੇ ਲੈ ਕੇ ਆਇਆ, ਪਰ ਉਹ ਹਰ ਵੇਲੇ ਗੀਤ ਗਾਉਂਦੀ ਹੈ। ਬੜਾ ਦੁਖੀ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਇਹਦੇ ਕੋਲੋਂ ਤੇ ਸੁੱਖ ਦੀ ਆਸ ਹੀ ਕੋਈ ਨਹੀਂ। ਪਰ ਇਹਨਾਂ ਦੇ ਵਿੱਚ ਇੱਕ ਮਰਿਆਦਾ ਹੈ ਰਾਜਪੂਤ ਘਰਾਣਿਆਂ ਵਿੱਚ ਕਿ ਜਿਹਨੂੰ ਵਿਆਹ ਕੇ ਲਿਆਂਦਾ ਨਾ, ਇਹਨੂੰ ਛੱਡਿਆ ਨਹੀਂ ਜਾ ਸਕਦਾ, ਛੱਡਣਾ ਨਹੀਂ। ਤੇ ਪਤਾ ਕੀ ਕੀਤਾ? ਮਨ ਵਿੱਚ ਆਈ ਕਿ ਕਿਉਂ ਨਾ ਇਹਨੂੰ ਕਿਸੇ ਤਰ੍ਹਾਂ ਮਾਰ ਹੀ ਦਿੱਤਾ ਜਾਏ। ਹੁਣ ਖਿਆਲ ਕਰਿਓ,
ਇਸ ਨੂੰ ਮਾਰ ਦਿੱਤਾ ਜਾਏ। ਇਹ ਕਿਸੇ ਵੈਦ ਕੋਲ ਚਲਾ ਗਿਆ ਤੇ ਵੈਦ ਨੂੰ ਜਾ ਕੇ ਕਹਿਣ ਲੱਗਾ ਕਿ ਕੋਈ ਐਸਾ ਜ਼ਹਿਰ ਹੈ ਜਿਹੜਾ ਖਾਣ ਦੇ ਨਾਲ ਬੰਦੇ ਦੇ ਪ੍ਰਾਣ ਨਿਕਲ ਜਾਣ। ਵੈਦ ਕਹਿਣ ਲੱਗਾ ਮੇਰੇ ਕੋਲ ਤੇ ਇਹੋ ਜਿਹਾ ਜ਼ਹਿਰ ਹੈ ਵੀ ਖਾਣ ਦੀ ਲੋੜ ਹੀ ਨਹੀਂ, ਬਸ ਮੂੰਹ ਵਿੱਚ ਰੱਖਣ ਦੀ ਦੇਰ ਹੈ, ਪ੍ਰਾਣ ਨਿਕਲ ਜਾਣਗੇ। ਖੁਸ਼ ਹੋ ਗਿਆ, ਕਹਿਣ ਲੱਗਾ ਫਿਰ ਮੈਨੂੰ ਚਾਹੀਦਾ। ਇਸ ਨੇ ਇੱਕ ਪੁੜੀ ਦਿੱਤੀ, ਕਹਿਣ ਲੱਗਾ ਆ ਇਹਨੂੰ ਦੁੱਧ ਚ ਘੋਲ ਕੇ ਦੇ ਦਿਓ, ਜਿਹਨੂੰ ਵੀ ਦੇਣੀ ਹੈ, ਪ੍ਰਾਣ ਨਿਕਲ ਜਾਣਗੇ। ਇਸ ਨੇ ਲਿਆਂਦਾ, ਉਹ ਪੁੜੀ ਲਿਆ ਕੇ ਤੇ ਪਾਣੀ ਦੇ ਵਿੱਚ ਪਾ ਕੇ ਨਾ ਤੇ ਘੋਲ ਕੇ ਕਹਿਣ ਲੱਗਾ ਮੀਰਾ ਆ ਤੇਰੇ ਵਾਸਤੇ ਕ੍ਰਿਸ਼ਨ ਜੀ ਨੇ ਅੰਮ੍ਰਿਤ ਭੇਜਿਆ, ਬਿੰਦਰਾਬਨ ਇਹ ਤੇਰੇ ਵਾਸਤੇ ਭੇਜਿਆ ਗਿਆ। ਬਸ ਨਾਮ ਸੁਣਨ ਦੀ ਢੇਰ ਸੀ, ਰੌਂਗਟੇ ਖੜੇ ਹੋ ਗਏ, ਰੋਮ ਰੋਮ ਖਿੜ ਗਿਆ ਕਿ ਮੇਰੇ ਵਾਸਤੇ ਉਹਨਾਂ ਨੇ ਅੰਮ੍ਰਿਤ ਭੇਜਿਆ। ਬਸ ਇੱਕੋ ਦਮ ਫੜਿਆ ਪਿਆਲਾ ਤੇ ਗਟ ਗਟ ਕਰਕੇ ਪੀ ਗਏ। ਹੁਣ ਇਹ ਪਤੀ ਵੇਖਦਾ ਕਿ ਇਹਦੇ ਕਦੋਂ ਪ੍ਰਾਣ ਨਿਕਲਣ। ਸਾਰਾ ਦਿਨ ਰਾਤ ਉਹ ਪੀ ਕੇ ਨੱਚਦੀ ਰਹੀ, ਪਰ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ। ਕਿਉਂ? ਕਿਉਂਕਿ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਖਿਆਲ ਕਰਿਓ, ਇਹ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ 10 ਬੈਰਾਗਣ ਮੋਹੇ ਬਸ ਕੀ। ਬੜਾ ਉਹਨਾਂ ਬੱਚਿਆਂ ਵਾਸਤੇ ਕੀਤਾ ਤੇ ਹੌਲੀ ਹੌਲੀ ਜਦੋਂ ਬੁਢੇਪਾ ਆ ਗਿਆ ਨਾ ਤੇ ਅੱਖਾਂ ਵਿੱਚ ਮੋਤੀਆ ਉਤਰ ਆਇਆ, ਅੱਖਾਂ ਤੋਂ ਦਿਸਣੋਂ ਹਟ ਗਿਆ। ਤੇ ਕਿਸੇ ਨੇ ਕਹਿ ਦਿੱਤਾ ਬਾਪੂ ਜੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਆਪਰੇਸ਼ਨ ਕਰਾ ਲਓ। ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਮੈਂ ਕੀ ਕਰਨਾ ਅੱਖਾਂ ਬਣਾ ਕੇ, 40 ਅੱਖਾਂ ਮੇਰੀਆਂ ਹੀ ਨੇ, ਮੇਰੇ ਪੁੱਤਰ ਮੇਰੇ ਨੂੰਹਾਂ, 40 ਅੱਖਾਂ ਮੇਰੀਆਂ ਹੀ ਨੇ, ਮੈਂ ਕੀ ਕਰਨੀਆਂ ਅੱਖਾਂ। ਪਰ ਬਦਕਿਸਮਤੀ ਇੱਕ ਦਿਨ ਘਰ ਨੂੰ ਅੱਗ ਲੱਗ ਗਈ। ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਨੂੰਹਾਂ ਪੁੱਤਰ ਛਾਲਾਂ ਮਾਰਦੇ ਭੱਜ ਗਏ, ਬਾਪੂ ਚੀਕਾਂ ਮਾਰਦਾ ਰਹਿ ਗਿਆ। ਸਮਝ ਆ ਗਈ, ਕਹਿਣ ਲੱਗਾ ਉਹ ਜੇ ਮੇਰੀਆਂ ਵੀ ਅੱਖਾਂ ਹੁੰਦੀਆਂ ਤੇ ਮੈਂ ਵੀ ਅੱਜ ਭੱਜ ਕੇ ਬਾਹਰ ਨਿਕਲ ਜਾਂਦਾ। ਇਹ ਸੰਸਾਰ ਰੂਪੀ ਅੱਗ ਦੇ ਵਿੱਚੋਂ ਵੀ ਗੁਰੂ ਸਵਾਰਿਓ ਜੇ ਆਪਣਾ ਅੱਖਾਂ ਦਾ ਅੰਦਰ ਦਾ ਚਾਨਣ ਹੋਵੇਗਾ ਤਾਂ ਹੀ ਬਚ ਸਕਾਂਗੇ। ਕੇਵਲ ਦੂਜਿਆਂ ਦੇ ਆਸਰੇ ਤੇ ਨਹੀਂ ਰਹਿਣਾ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ, ਪਰ ਪੂਰਾ ਗੁਰੂ ਜਿਹੜਾ ਨਾ ਮਿਲਦਾ ਵੱਡੇ ਭਾਗਾਂ ਨਾਲ। ਜੀ ਇੱਕ ਗੱਲ ਯਾਦ ਰੱਖਿਓ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਰਾ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। 4 ਵਾਰੀ ਜਿਹੜਾ ਮੰਗਲ ਆਉਂਦਾ ਨਾ ਵੱਖ-ਵੱਖ ਰੂਪਾਂ ਵਿੱਚ, ਅਖੀਰ ਤੇ ਉਸ ਦੇ ਕੇਵਲ ਗੁਰ ਪ੍ਰਸਾਦ ਹੀ। ਗੁਰ ਪ੍ਰਸਾਦ ਤੋਂ ਭਾਵ ਹੀ ਹੈ ਕਿ ਪਰਮਾਤਮਾ ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਪਰਮਾਤਮਾ ਨਹੀਂ ਮਿਲਦਾ। ਜਦੋਂ ਗੁਰੂ ਕਿਰਪਾ ਕਰਦਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੀ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਿਆ ਜਦੋਂ ਪੂਰੇ ਗੁਰੂ ਦਾ ਸ਼ਬਦ ਕੰਨਾਂ ਦੇ ਨਾਲ ਸੁਣਿਆ। ਪੂਰੇ ਗੁਰੂ ਦਾ ਸ਼ਬਦ ਜਦੋਂ ਕੰਨਾਂ ਵਿੱਚ ਪੈ ਗਿਆ, ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਮੀਰਾ ਵਿਆਹੀ ਗਈ ਮੇਵਾੜ ਦੇ ਰਾਜੇ ਦੇ ਨਾਲ, ਤੇ ਮੇਵਾੜ ਦਾ ਰਾਜਾ ਜਿਹੜਾ ਸੀ ਨਾ ਵਿਆਹ ਕੇ ਤੇ ਲੈ ਕੇ ਆਇਆ, ਪਰ ਮੀਰਾ ਹਰ ਵੇਲੇ ਭਜਨ ਹੀ ਗਾਉਂਦੀ ਰਹਿੰਦੀ, ਹਰ ਵੇਲੇ ਪਰਮਾਤਮਾ ਦੇ ਗੀਤ ਗਾਉਂਦੀ ਰਹਿੰਦੀ ਸੀ। ਇਹਨੇ ਸੋਚਿਆ ਵੀ ਹੱਦ ਹੋ ਗਈ, ਮੈਂ ਤੇ ਵਿਆਹ ਕੇ ਲਿਆਇਆ ਸਾਂ ਕਿ ਮੈਨੂੰ ਸੁੱਖ ਮਿਲੇਗਾ। ਕਿਉਂਕਿ ਸੱਚ ਜਾਣਿਓ ਬੰਦੇ ਦੇ ਅੰਦਰ ਇੱਕੋ ਹੀ ਖਾਸ਼ ਹੈ, ਉਹ ਹੁੰਦੀ ਹੈ ਕਿ ਸੁੱਖ ਮਿਲ ਜਾਏ। ਮੈਨੂੰ ਕਿਸੇ ਵੀ ਤਰੀਕੇ ਨਾਲ ਸੁੱਖ ਮਿਲਣਾ ਚਾਹੀਦਾ, ਜੇ ਨਾ ਮਿਲੇ ਤੇ ਨਾਤੇ ਟੁੱਟ ਜਾਂਦੇ ਨੇ। ਇਹ ਵਿਆਹ ਕੇ ਲੈ ਕੇ ਆਇਆ, ਪਰ ਉਹ ਹਰ ਵੇਲੇ ਗੀਤ ਗਾਉਂਦੀ ਹੈ। ਬੜਾ ਦੁਖੀ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਇਹਦੇ ਕੋਲੋਂ ਤੇ ਸੁੱਖ ਦੀ ਆਸ ਹੀ ਕੋਈ ਨਹੀਂ। ਪਰ ਇਹਨਾਂ ਦੇ ਵਿੱਚ ਇੱਕ ਮਰਿਆਦਾ ਹੈ ਰਾਜਪੂਤ ਘਰਾਣਿਆਂ ਵਿੱਚ ਕਿ ਜਿਹਨੂੰ ਵਿਆਹ ਕੇ ਲਿਆਂਦਾ ਨਾ, ਇਹਨੂੰ ਛੱਡਿਆ ਨਹੀਂ ਜਾ ਸਕਦਾ, ਛੱਡਣਾ ਨਹੀਂ। ਤੇ ਪਤਾ ਕੀ ਕੀਤਾ? ਮਨ ਵਿੱਚ ਆਈ ਕਿ ਕਿਉਂ ਨਾ ਇਹਨੂੰ ਕਿਸੇ ਤਰ੍ਹਾਂ ਮਾਰ ਹੀ ਦਿੱਤਾ ਜਾਏ। ਹੁਣ ਖਿਆਲ ਕਰਿਓ,
ਇਸ ਨੂੰ ਮਾਰ ਦਿੱਤਾ ਜਾਏ। ਇਹ ਕਿਸੇ ਵੈਦ ਕੋਲ ਚਲਾ ਗਿਆ ਤੇ ਵੈਦ ਨੂੰ ਜਾ ਕੇ ਕਹਿਣ ਲੱਗਾ ਕਿ ਕੋਈ ਐਸਾ ਜ਼ਹਿਰ ਹੈ ਜਿਹੜਾ ਖਾਣ ਦੇ ਨਾਲ ਬੰਦੇ ਦੇ ਪ੍ਰਾਣ ਨਿਕਲ ਜਾਣ। ਵੈਦ ਕਹਿਣ ਲੱਗਾ ਮੇਰੇ ਕੋਲ ਤੇ ਇਹੋ ਜਿਹਾ ਜ਼ਹਿਰ ਹੈ ਵੀ ਖਾਣ ਦੀ ਲੋੜ ਹੀ ਨਹੀਂ, ਬਸ ਮੂੰਹ ਵਿੱਚ ਰੱਖਣ ਦੀ ਦੇਰ ਹੈ, ਪ੍ਰਾਣ ਨਿਕਲ ਜਾਣਗੇ। ਖੁਸ਼ ਹੋ ਗਿਆ, ਕਹਿਣ ਲੱਗਾ ਫਿਰ ਮੈਨੂੰ ਚਾਹੀਦਾ। ਇਸ ਨੇ ਇੱਕ ਪੁੜੀ ਦਿੱਤੀ, ਕਹਿਣ ਲੱਗਾ ਆ ਇਹਨੂੰ ਦੁੱਧ ਚ ਘੋਲ ਕੇ ਦੇ ਦਿਓ, ਜਿਹਨੂੰ ਵੀ ਦੇਣੀ ਹੈ, ਪ੍ਰਾਣ ਨਿਕਲ ਜਾਣਗੇ। ਇਸ ਨੇ ਲਿਆਂਦਾ, ਉਹ ਪੁੜੀ ਲਿਆ ਕੇ ਤੇ ਪਾਣੀ ਦੇ ਵਿੱਚ ਪਾ ਕੇ ਨਾ ਤੇ ਘੋਲ ਕੇ ਕਹਿਣ ਲੱਗਾ ਮੀਰਾ ਆ ਤੇਰੇ ਵਾਸਤੇ ਕ੍ਰਿਸ਼ਨ ਜੀ ਨੇ ਅੰਮ੍ਰਿਤ ਭੇਜਿਆ, ਬਿੰਦਰਾਬਨ ਇਹ ਤੇਰੇ ਵਾਸਤੇ ਭੇਜਿਆ ਗਿਆ। ਬਸ ਨਾਮ ਸੁਣਨ ਦੀ ਢੇਰ ਸੀ, ਰੌਂਗਟੇ ਖੜੇ ਹੋ ਗਏ, ਰੋਮ ਰੋਮ ਖਿੜ ਗਿਆ ਕਿ ਮੇਰੇ ਵਾਸਤੇ ਉਹਨਾਂ ਨੇ ਅੰਮ੍ਰਿਤ ਭੇਜਿਆ। ਬਸ ਇੱਕੋ ਦਮ ਫੜਿਆ ਪਿਆਲਾ ਤੇ ਗਟ ਗਟ ਕਰਕੇ ਪੀ ਗਏ। ਹੁਣ ਇਹ ਪਤੀ ਵੇਖਦਾ ਕਿ ਇਹਦੇ ਕਦੋਂ ਪ੍ਰਾਣ ਨਿਕਲਣ। ਸਾਰਾ ਦਿਨ ਰਾਤ ਉਹ ਪੀ ਕੇ ਨੱਚਦੀ ਰਹੀ, ਪਰ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ। ਕਿਉਂਕਿ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਖਿਆਲ ਕਰਿਓ, ਇਹ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ 10 ਬੈਰਾਗਣ ਮੋਹੇ ਬਸ ਕੀਨੰ, ਪਾਂਚੋਂ ਕਾ ਮਿਟਨਾਓ। सत्तर दोए भरे अमृत सर बिख को मार कढावो। ਇਹ 72 ਨਾੜੀਆਂ ਜਿਹੜੀਆਂ ਨੇ ਇਹਨਾਂ 'ਚ ਖੂਨ ਗਰਦਸ਼ ਨਹੀਂ ਕਰਦਾ, ਹੁਣ ਅੰਮ੍ਰਿਤ ਗਰਦਸ਼ ਕਰ ਰਿਹਾ ਹੈ। ਪਰ ਇਹ ਜਦੋਂ ਪੂਰਾ ਗੁਰੂ ਮਿਲਦਾ ਤਾਂ ਇਹ ਅਵਸਥਾ ਬਣਦੀ ਹੈ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਗੁਰ ਪੂਰਾ ਭੇਟਿਓ ਵਡ ਭਾਗੀ। ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲ ਪਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਕੀ ਪ੍ਰਾਪਤੀ ਹੋ ਗਈ? ਮਨੇ ਭਇਆ ਪ੍ਰਗਾਸ਼ਾ। ਅੰਦਰ ਹੁਣ ਪ੍ਰਕਾਸ਼ ਹੋ ਗਿਆ, ਅੰਦਰ ਚਾਨਣ ਹੋ ਗਿਆ। ਤੇ ਮੈਂ ਫਿਰ ਬੇਨਤੀ ਕਰਾਂ, ਮੈਂ ਕਈ ਵਾਰੀ ਬੇਨਤੀ ਕਰਨਾ ਕਿ ਬੰਦੇ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ। ਜਿਹਦੇ ਅੰਦਰ ਹਨੇਰਾ ਹੈ ਨਾ ਜੀ, ਉਹਨਾਂ ਨੇ ਦੁਨੀਆ ਤੇ ਅੱਜ ਤੱਕ ਹਨੇਰ ਹੀ ਵਰਤਾਇਆ। ਪਰ ਜਿਹਦੇ ਅੰਦਰ ਚਾਨਣ ਹੋ ਗਿਆ, ਉਹ ਦੂਜਿਆਂ ਨੂੰ ਵੀ ਚਾਨਣ ਵੰਡਦਾ ਹੈ, ਉਹ ਦੂਜਿਆਂ ਨੂੰ ਵੀ ਖੁਸ਼ੀ ਵੰਡੇਗਾ। ਚਾਨਣ ਕੀ ਹੈ? ਖੁਸ਼ੀ ਦਾ ਪ੍ਰਤੀਕ ਹੈ। ਹਨੇਰਾ ਕੀ ਹੈ? ਦੁੱਖ ਦਾ ਪ੍ਰਤੀਕ ਹੈ। ਜਦੋਂ ਕਿਤੇ ਖੁਸ਼ੀ ਹੁੰਦੀ ਹੈ ਅਸੀਂ ਬਹੁਤ ਸਾਰੀਆਂ ਲਾਈਟਾਂ ਜਗਾਉਂਦੇ ਹਾਂ, ਪਰ ਜਦੋਂ ਬੜੀ ਦੁੱਖ ਦੀ ਘੜੀ ਆਉਂਦੀ ਹੈ ਨਾ, ਉਦੋਂ ਜਗਦੇ ਦੀਵੇ ਵੀ ਬੁਝ ਜਾਂਦੇ ਨੇ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰ ਪੂਰਾ ਭੇਟਿਓ ਵਡ ਭਾਗੀ, ਮਨੇ ਭਇਆ ਪ੍ਰਗਾਸਾ। ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਖੇੜਾ ਆ ਗਿਆ। ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਪਰ ਪੂਰਾ ਗੁਰੂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਕਹਿੰਦੇ ਨੇ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਆਪਣੇ ਗੁਰੂ ਤੇ ਪਰਵਾਸਾ, ਭਰੋਸਾ, ਯਕੀਨ, ਇੰਨਾ ਕੁ ਯਕੀਨ ਵੱਜ ਜਾਏ ਸਿੱਖ ਨੂੰ ਆਪਣੇ ਗੁਰੂ ਤੇ ਕਿ ਮੇਰੇ ਗੁਰੂ ਤੋਂ ਹੋਰ ਹੈ ਉੱਤੇ ਹੈ ਹੀ ਕੋਈ ਨਹੀਂ, ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ। ਜਿਸ ਦਿਨ ਇਹ ਭਰੋਸਾ ਵੱਜ ਜਾਏ ਨਾ ਜੀ, ਸੱਚ ਜਾਣਿਓ, ਉਸ ਦਿਨ ਫਿਰ ਬੰਦਾ ਕਦੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜੇ ਜਾਂਦਾ, ਹੋਰ ਕਿਤੇ ਨਹੀਂ ਜੇ ਭਟਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨੰਦ ਲਾਲ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਕੁਝ ਮੰਗ। ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਪਾਤਸ਼ਾਹ ਤੁਹਾਡਾ ਦਿੱਤਾ ਬੜਾ ਕੁਝ ਹੈ, ਕੋਈ ਇੱਛਾ ਰਹਿ ਨਹੀਂ ਗਈ। ਕਹਿਣ ਲੱਗੇ, ਨਹੀਂ ਨੰਦ ਲਾਲ, ਅਜੇ ਵੀ ਸਮਾਂ, ਕੁਝ ਮੰਗ ਲੈ। ਤੇ ਭਾਈ ਸਾਹਿਬ ਜੀ ਨਾ ਇੱਕ ਮੰਗ ਮੰਗਦੇ ਨੇ। ਕਹਿਣ ਲੱਗੇ ਕਿ ਪਾਤਸ਼ਾਹ
इन्हां सवासां दा पता नहीं किहड़े वेले निकल जाए, किहड़े वेले डोरी टुट जाए। एक किरपा करियो, जदों सवासां दी डोरी टुट जाए, जदों मेरी चिखा चिणी जाए, मैनू चिखा ते रख दिता जाए, मेरी चिखा नू लांबू ला दिता जाए, इस तन दी सवाह बन जाए, फिर हवा नू आखियो जरा भाणे विच वगे, जरा ठहराओ विच वगे। साहब जी ने घुट के भाई साहब भाई नंद लाल नू छाती ना ला लिया, कहन लगे नंद लाल मैं तेरी भावना समझ गया, पर आ बाकियां नू भी समझा, किते मगरों कोई ये ना आखे पता नहीं सतगुरु जी ने कोलों ही गल बना ली। ते उस वेले भाई साहब जी कहंदे ने, कहन लगे पातशाह मैं इस करके कहना कि जदों मेरे तन दी सवाह बन जाए, फिर हवा नू आखियो जरा भाणे विच वगे। पुछया क्यों? कहन लगे जेड़ा नंद लाल सारी जिंदगी गुरु गोबिंद सिंह दे बूहे ते रहा, किते मगरों मेरी सवाह उड़ के गैरां दे बूहियां ते ना तुरी फिरे। मेरे दातिया मेरी सवाह भी किसी दे बूहे ते नहीं जानी चाहिए। मबर एबाद खाकम अजदरे दोस्त के दुश्मनम सरजनद नद की रजाई अस्त। कहन लगे दुश्मन की समझणगे कि नंद लाल ये किसी एक दा नहीं रहा, ये थां थां ते तुरिया फिरदा नहीं। पातशाह मेरी सवाह भी किसी होर दे बूहे ते नहीं जानी चाहिए, उस एक दे हो के रहना है। तो पातशाह जी कहंदे ने कोई ना पहुंचण हारा दूजा, अपने साहिब का परवासा। मैनू इन्ना यकीन है मेरे गुरु वर्गा होर है ही कोई नहीं। देखो गल भरोसे दी है, गल यकीन दी है। सीसगंज साहब दे नेड़े एक जामा मस्जिद है, ਉਹਦੀ ਦੀਵਾਰ ਦੇ ਨਾਲ ਨਾ ਇੱਕ ਮੁਸਲਮਾਨ ਵੀਰ ਬੈਠ ਕੇ ਤੇ ਲੋਕਾਂ ਨੂੰ ਦਵਾਈਆਂ ਦਿੰਦਾ ਸੀ। ਬੜੀ ਬੜੀ ਦੂਰੋਂ ਲੋਕਾਂ ਨੇ ਦਵਾਈ ਲੈਣ ਆਉਣੀ, ਤੇ ਇੱਕ ਦਿਨ ਇੱਕ ਗੁਰਸਿੱਖ ਵੀ ਜਾ ਕੇ ਬੈਠ ਗਿਆ। ਉਹ ਵੀ ਕਤਾਰ 'ਚ ਖੜਾ ਸੀ। ਜਦੋਂ ਉਹਦੀ ਵਾਰੀ ਆਈ ਤੇ ਉਸ ਮੁਸਲਮਾਨ ਵੈਦ ਨੇ ਕਹਿ ਦਿੱਤਾ ਸਰਦਾਰ ਜੀ ਤੁਹਾਡੇ ਲਈ ਦਵਾਈ ਨਹੀਂ। ਉਹਨੇ ਕਿਹਾ ਕਿਉਂ? ਕਹਿਣ ਲੱਗਾ ਨਹੀਂ ਤੁਹਾਨੂੰ ਨਹੀਂ ਦੇ ਸਕਦਾ। कुछ दिनों बाद ये फिर जाके उसे लैन च खड़ा हो गया। जदों तीजी वारी गया ना, उसने कहा सरदार जी तुसी 2 वारी पहला भी आए हो, अज तुसी फिर आ गए हो, मैं तुहानू कहा सी कि तुहाडे लई दवाई नहीं। वो कहने लगे जो बाकियां लई है तो मेरे लिए क्यों नहीं? उसने बड़ी सोहनी गल कही, कहने लगा सरदार जी हकीकत यह है कि जिहड़ियां पुड़ियां मैं देना इन्हां च दवाई है ही कोई नहीं। हैरान हो गया, कहने लगा जे दवाई नहीं तो फिर तू ये धोखा क्यों करना है? वो कहने लगा जी धोखा तो तां करदा होवां जे मैं किसी कोलों पैसे लैंदा होवां, मैं तो निष्काम सेवा करना। लोकां नूं आराम आउंदा तां ही एडी एडी दूरों चल के आउंदे ने। हैरानगी होर वध गई, कहन लगे कि दवाई भी कोई नहीं आराम भी आउंदा, गल की है? उसने कहा सरदार जी भावें मैं मुसलमान हाँ, मैनू अपने धर्म ते बड़ा मान है, पर सच जानी मैं रोज गुरु तेग बहादुर पातशाह जी दे दरबार विच जाना सीसगंज साहब। मैं 2:30 बजे जाके झाड़ू देना, मैं संगतां दे जोड़े झाड़ना, जिहड़ी चरण धूड़ी इकट्ठी हुंदी है ना वो मैं पुड़ियां विच बन बन के देना, जिहदे नाल लोकां दे रोग कट्टे जांदे ने। पर प्यारिया तू ते उस गुरु दा बड़ा प्यारा सिख है कि तेनू अपने गुरु ते विश्वास ही नहीं आया, तेनू अपने गुरु ते भरोसा नहीं। हकीकत यह है कि जदों गुरु ते भरोसा बज जाए ना जी, ते गुरु आप रहमत करदा है, आप कृपा करदा है। गल है यकीन दी, भरोसे दी। एक गल कवां, मानयोग दास दे विद्यादाता पंथ रतन सचखंड वासी ज्ञानी संत सिंह जी मस्कीन साहब श्रीनगर कथा करते सन, ते एक दिन दंद विच कोई दर्द होई ते कथा छेती समाप्त कर दी। थले दुकानां विच एक जुत्तियां दा काम करन वाला मोची वो भी कथा सुनदा सी। जब थले आए तो कहने लगा ज्ञानी जी कथा क्यों बंद कर दी? वो कहने लगे मेरे दंद विच दर्द हो रही है, इस करके रात नूं कथा करांगे। उन्हें पता की आख्या? कहंदा मैं तो 2 मिनट च दर्द हटा देना। अज भी J&K दे विच बहुते लोकी मंत्रां नाल इलाज करदे। कहने लगा जी मैं तो 2 मिनट च हटा देना। मस्कीन जी ने कहा अच्छा यतन कर। उन्हें कुछ पढ़ता रहा, कहने लगा जी दर्द हट गई,
ਕਹਿਣ ਲੱਗੇ ਨਹੀਂ, ਅਜੇ ਤੇ ਓਨੀਆਂ ਹੀ ਹੋ ਰਹੀ। ਉਹਨੇ ਫੇਰ ਕੁਝ ਪੜ੍ਹਿਆ, ਫਿਰ ਕਹਿਣ ਲੱਗਾ ਜੀ ਹੁਣ ਤੇ ਹਟ ਗਈ ਹੋਏਗੀ। ਕਹਿਣ ਲੱਗੇ ਨਹੀਂ, ਅਜੇ ਦਰਦ ਹੋ ਰਹੀ ਹੈ। ਜਦੋਂ ਉਹਨੇ ਤੀਜੀ ਵਾਰੀ ਆਪਣੀ ਪੂਰੀ ਵਾਹ ਲਾ ਲਈ ਨਾ, ਤੇ ਕਹਿਣ ਲੱਗਾ ਜੀ ਹੁਣ ਤੇ 100% ਹਟ ਹੀ ਗਈ ਹੋਏਗੀ। ਮਸਕੀਨ ਜੀ ਕਹਿੰਦੇ ਨੇ ਅੱਗੇ ਨਾਲੋਂ ਵੀ ਜ਼ਿਆਦਾ ਹੁੰਦੀ। ਉਸਨੇ ਕਿਹਾ ਫਿਰ ਹਟਣੀ ਵੀ ਨਹੀਂ। ਕਹਿਣ ਲੱਗਾ ਕਿਉਂ? ਕਹਿੰਦੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਵੱਜਦਾ ਪਿਆ, ਤੁਹਾਡਾ ਯਕੀਨ ਨਹੀਂ ਵੱਜਦਾ ਪਿਆ। ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਕਹਿੰਦੇ ਨੇ ਮੈਨੂੰ ਮੇਰੇ ਗੁਰੂ ਤੇ ਪੂਰਨ ਭਰੋਸਾ ਆ ਗਿਆ ਹੈ। ਆਪਣੇ ਸਤਿਗੁਰ ਕੈ ਬਲਿਹਾਰੈ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਆਗੈ ਸੁਖ ਪਾਸ਼ੈ ਸੁਖ ਸਹਿਜਾ, ਘਰ ਆਨੰਦ ਹਮਾਰਾ। ਮੇਰੇ ਹਿਰਦੇ ਰੂਪੀ ਘਰ ਵਿੱਚ ਹੁਣ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹੀ ਕਿਰਪਾ ਕਰੇਗਾ। ਲੋਕ ਵਿੱਚ ਕਰ ਰਿਹਾ, ਪਰਲੋਕ ਵਿੱਚ ਵੀ ਹੁਣ ਯਕੀਨ ਹੈ ਕਿ ਉਹੀ ਕਿਰਪਾ ਕਰੇਗਾ। ਰਹਾਉ ਅੰਤਰ ਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਜਿਹੜਾ ਦਿਲਾਂ ਦੀਆਂ ਜਾਣਨ ਵਾਲਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦੇ ਨੇ ਉਹ ਅੰਦਰ ਦੀ ਜਾਣਨ ਵਾਲਾ, ਜਿਹੜਾ ਕਰਨ ਕਰਾਵਣ ਹਾਰ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਮਿਟਾਉਣ ਵਾਲਾ ਹੈ। ਕਹਿੰਦੇ ਨੇ ਉਹੀ ਮੇਰਾ ਖਸਮ ਹੈ। ਨਿਰਭਉ ਭਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਜਦੋਂ ਦੇ ਗੁਰੂ ਦੇ ਚਰਨ ਫੜ ਲਏ ਨੇ, ਉਦੋਂ ਦਾ ਹੋਰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਰਹਿ ਗਿਆ। ਨਿਰਭਉ ਜਪੈ ਸਕਲ ਭਉ ਮਿਟੇ, ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਹੁਣ ਤੇ ਆਧਾਰ, ਆਸਰਾ, ਜੀਵਨ ਦਾ ਆਸਰਾ ਕੇਵਲ ਰਾਮ ਦਾ ਨਾਮ ਹੈ। ਹੁਣ ਨਾਮ ਦਾ ਹੀ ਆਸਰਾ ਹੈ, ਤੇ ਜਿਨਨੇ ਨਾਮ ਦਾ ਆਸਰਾ ਲੈ ਲਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਹਨਾਂ ਦੀ ਹਰੇਕ ਤਰ੍ਹਾਂ ਦੀ ਭੁੱਖ ਮਿਟ ਜਾਂਦੀ ਹੈ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਪੀ ਹੋਵਨ ਹਾਰਾ। ਸਫਲ ਦਰਸ਼ਨ, ਜਿਹਦੇ ਦਰਸ਼ਨ ਕਰਨ ਦੇ ਨਾਲ ਜੀਵਨ ਦੀ ਸਫਲਤਾ ਮਿਲ ਜਾਏ, ਹਰ ਮਨੋਕਾਮਨਾ ਪੂਰੀ ਹੋ ਜਾਏ, ਉਹ ਪਰਮਾਤਮਾ ਹੈ ਪੀ ਹੋਵਨ ਹਾਰਾ। ਜਿਹੜਾ ਹੁਣ ਵੀ ਹੈ ਤੇ ਅੱਗੋਂ ਵੀ ਸਦੀਵੀ ਰਹੇਗਾ, ਉਸ ਪਰਮਾਤਮਾ ਦਾ ਦੀਦਾਰ ਹੋ ਗਿਆ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਆਪਣੀ ਪ੍ਰੀਤ ਦੇ ਨਾਲ, ਪਿਆਰ ਦੇ ਨਾਲ ਆਪਣੇ ਪਿਆਰਿਆਂ ਨੂੰ ਉਹ ਆਪਣੇ ਗਲੇ ਦੇ ਨਾਲ ਲਾ ਕੇ ਰੱਖਦਾ ਹੈ। ਉਹ ਪਰਿਪੂਰਨ ਪਰਮਾਤਮਾ ਐਸਾ ਹੈ, ਜਿਹਦੀ ਉਹਦੇ ਨਾਲ ਸਾਂਝ ਬਣਦੀ ਹੈ ਨਾ, ਉਹ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਕੇ ਰੱਖਦਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਮੇਰੇ ਗੁਰੂ ਦੀ ਵਡਿਆਈ ਜਿਹੜੀ ਇਹਨਾਂ ਵੱਡੀ ਹੈ, ਉਹਦੀ ਸੋਭਾ ਅਚਰਜ ਹੈ। ਔਰ ਉਹਦੇ ਨਾਲ ਜਦੋਂ ਜੁੜ ਗਏ ਤੇ ਸਾਹਿਬ ਕਹਿੰਦੇ ਨੇ ਫਿਰ ਸਾਰੇ ਕਾਰਜ ਰਾਸ ਹੋ ਗਏ, ਫਿਰ ਸਾਰੇ ਕੰਮ ਹੀ ਨੇਪਰੇ ਚੜ ਜਾਂਦੇ ਨੇ, ਹਰੇਕ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਕਾਰਜ ਆਇਆ ਰਾਸੇ, ਸਾਰੇ ਕੰਮ ਜਿਹੜੇ ਨੇ ਉਹ ਰਾਸ ਹੋ ਜਾਂਦੇ ਹਨ। ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਆਖਦੇ ਨੇ ਕਿ ਮੈਨੂੰ ਪੂਰਾ ਗੁਰੂ ਮਿਲ ਪਿਆ, ਜਿਹਦੇ ਨਾਲ ਸਾਰੇ ਦੁੱਖ ਜਿਹੜੇ ਨੇ ਉਹ ਮਿਟ ਗਏ। ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੋ, ਕਿਤੇ ਹੋਰ ਭਟਕਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਸਤਿਗੁਰੂ ਨੇ, ਔਰ ਇਹ ਪੂਰੇ ਦੀ ਬਾਣੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ।
ਉਹ ਪਰਮਾਤਮਾ ਅਡੋਲ ਹੈ, ਇਹ ਬਾਣੀ ਅਡੋਲ ਹੈ। ਜਿਹੜਾ ਇਹਦੇ ਨਾਲ ਜੁੜ ਜਾਂਦਾ ਹੈ ਉਹ ਜੀਵਨ ਵਿੱਚ ਕਦੇ ਨਹੀਂ ਜੇ ਡੋਲਦਾ, ਭਾਵੇਂ ਲੱਖਾਂ ਤੂਫਾਨ ਆ ਜਾਣ ਜੀਵਨ ਵਿੱਚ, ਉਹ ਕਦੇ ਨਹੀਂ ਡੋਲਦਾ। ਉਹ ਆਪਣੇ ਗੁਰੂ ਤੇ ਪੂਰਨ ਤੌਰ ਤੇ ਭਰੋਸਾ ਰੱਖਦਾ ਹੈ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਹੈ ਉਸ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਰਲ ਮਿਲ ਕੇ ਕਰੀਏ ਜੀ। ਗੋਂਡ ਟੂਟੇ ਤਾਗੇ ਨਿਖੁੱਟੀ ਪਾਨ। ਕਬੀਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਗੋਂਡ ਰਾਗ ਅੰਦਰ ਸਾਹਿਬ ਜੀ ਕਹਿੰਦੇ ਨੇ ਕਿ ਟੂਟੇ ਧਾਗੇ ਨਖੁੱਟੀ ਪਾਨ। ਜੁਲਾਹੇ ਦਾ ਕੰਮ ਕਰਦੇ ਨੇ, ਖੱਡੀ ਤੇ ਕੱਪੜਾ ਬੁਣਦੇ ਨੇ, ਪਰ ਉਹਨਾਂ ਦੇ ਜੋ ਜੀਵਨ ਵੱਲ ਵੇਖ ਕੇ ਮਾਤਾ ਦੁਨਿਆਵੀ ਸੋਚ ਵਾਲੀ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਦਾ ਤੇ ਭਗਤਾਂ ਦਾ ਮੇਲ ਨਹੀਂ ਹੁੰਦਾ। ਮਾਤਾ ਜੀ ਕਈ ਵਾਰੀ ਕਹਿੰਦੇ ਨੇ, ਹਮਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਭਇਓ। ਕਹਿੰਦੇ ਨੇ ਸਾਡੀ ਕੁੱਲ ਚ ਤੇ ਕਦੇ ਕਿਸੇ ਰਾਮ ਆਖੇ ਹੀ ਨਹੀਂ ਸੀ। ਇਸ ਨਪੁੱਤੇ ਨੇ ਜਦੋਂ ਦੀ ਮਾਲਾ ਫੜ ਲਈ ਹੈ ਨਾ, ਤੇ ਸਾਡੇ ਜੀਵਨ ਤੇ ਦੁੱਖ ਹੀ ਦੁੱਖ ਆ ਗਿਆ। ਕਿਉਂਕਿ ਸੰਸਾਰੀ ਬੰਦਾ ਜਿਹੜਾ ਨਾ, ਉਹਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਵੱਡਾ ਸੁੱਖ ਹੈ। ਉਹ ਕੇਵਲ ਆਪਣੇ ਕਾਰੋਬਾਰ ਨੂੰ ਵੇਖਦੇ ਨੇ। ਤੇ ਮਾਤਾ ਜੀ ਉਸ ਵੱਲ ਵੇਖ ਕੇ ਨਾ ਤੇ ਕਹਿ ਰਹੇ ਨੇ, ਕਹਿੰਦੇ ਨੇ ਕਿ ਟੂਟੇ ਧਾਗੇ ਨਖੁੱਟੀ ਪਾਣ। ਕਹਿੰਦੇ ਨੇ ਕਿ ਤਾਣੀ ਦੇ ਜਿਹੜੇ ਧਾਗੇ ਨੇ ਨਾ, ਉਹ ਸਾਰੇ ਟੁੱਟੇ ਪਏ ਨੇ, ਖਿਲਰੇ ਪਏ ਨੇ। ਨਖੁੱਟੀ ਪਾਣ, ਪਾਣ ਕਹਿੰਦੇ ਨੇ ਜਿਹੜੇ ਆਟੇ ਦੀ ਬਣਾ ਕੇ ਨਾ ਤੇ ਉਹ ਪਾਣ ਚੜਾਈ ਜਾਂਦੀ ਏ ਕੱਪੜਾ ਬੁਣਨ ਤੋਂ ਪਹਿਲਾਂ ਸੂਤਰ ਨੂੰ, ਧਾਗੇ ਨੂੰ, ਉਹਨੂੰ ਕਹਿੰਦੇ ਨੇ ਪਾਣ। ਤੇ ਨਖੁੱਟੀ ਦਾ ਅਰਥ ਹੈ ਮੁੱਕ ਗਈ। ਕਹਿੰਦੇ ਨੇ ਪਾਣ ਵੀ ਮੁੱਕੀ ਪਈ ਏ, ਇਹਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ, ਧਾਗੇ ਟੁੱਟੇ ਪਏ ਹਨ। ਦੁਆਰ ਉਪਰ ਚਿਲਕਾਵਹਿ ਕਾਨ। ਤੇ ਦਰਵਾਜ਼ੇ ਦੇ ਉੱਤੇ ਜਿਹੜੇ ਕਾਨੇ ਪਏ ਨੇ ਉਹ ਉਹਨਾਂ ਦਾ ਵੀ ਕੋਈ ਖਿਆਲ ਨਹੀਂ, ਉਹ ਵੀ ਚਿਲਕਾਵੇ ਭਾਵ ਉਹ ਉਸੇ ਤਰ੍ਹਾਂ ਹੀ ਲਿਸ਼ਕਦੇ ਪਏ ਹਨ। ਕੂਚ ਵਿਚਾਰੇ ਫੂਏ ਫਾਲ। ਕੁਛ ਕਹਿੰਦੇ ਨੇ ਉਹ ਬੁਰਸ਼, ਕਹਿੰਦੇ ਨੇ ਬੁਰਸ਼ ਵਿਚਾਰੇ ਜਿਹੜੇ ਨੇ ਫੂਏ ਫਾਲ ਭਾਵ ਉਹ ਤੀਲਾ ਤੀਲਾ ਹੋਏ ਫਿਰਦੇ ਨੇ। ਫੂਏ ਫਾਲ ਇੱਕ ਅਸੀਂ ਨਾ ਪੁਰਾਣੇ ਬਜ਼ੁਰਗ ਸ਼ਬਦ ਵਰਤਦੇ ਹੁੰਦੇ ਸਨ, ਫਨਾਹ ਫਿੱਲਾ, ਫਨਾਹ ਫਿੱਲਾ ਹੋ ਜਾਣਾ। ਇਹਦਾ ਮਤਲਬ ਕਿ ਬਿਲਕੁਲ ਹੀ ਨਾਸ ਹੋ ਜਾਣਾ। ਉਹਦੇ ਤੋਂ ਇਹ ਸ਼ਬਦ ਹੈ ਫੂਏ ਫਾਲ। ਅੱਜ ਕੱਲ੍ਹ ਤੇ ਸਾਡੀ ਡਿਕਸ਼ਨਰੀ ਚੋਂ ਇਹ ਸ਼ਬਦ ਜਿਹੜੇ ਨੇ ਨਾ ਜੀ, ਇਹ ਮੁੱਕਦੇ ਜਾ ਰਹੇ ਨੇ। ਸੱਚ ਜਾਣਿਓ, ਅਸੀਂ ਆਪਣੀ ਮਾਂ ਬੋਲੀ ਤੋਂ ਬੜੇ ਦੂਰ ਤੁਰੇ ਜਾ ਰਹੇ ਹਾਂ। ਸਾਡੇ ਬੱਚਿਆਂ ਨੂੰ ਉਹ ਸ਼ਬਦਾਂ ਦਾ ਪਤਾ ਹੀ ਨਹੀਂ। ਅਸੀਂ ਹਿੰਦੀ 'ਚ ਗੱਲ ਕਰਾਂਗੇ, ਅਸੀਂ ਅੰਗਰੇਜ਼ੀ 'ਚ ਗੱਲ ਕਰਾਂਗੇ, ਪੰਜਾਬੀ ਤੋਂ ਬਹੁਤ ਦੂਰ ਤੁਰੇ ਜਾ ਰਹੇ ਹਾਂ। ਹਾਂ, ਇੱਕ ਗੱਲ ਹੈ ਕਿ ਜਦੋਂ ਕਿਸੇ ਨੇ ਗਾਲ ਕੱਢਣੀ ਹੋਵੇ ਉਹ ਜ਼ਰੂਰ ਪੰਜਾਬੀ 'ਚ ਕੱਢਦੇ ਨੇ, ਬਾਕੀ ਗੱਲ ਜਿਹੜੀ ਹੈ ਨਾ ਉਹ ਹਿੰਦੀ 'ਚ ਹੀ ਕਰਨਗੇ, ਅੰਗਰੇਜ਼ੀ 'ਚ ਕਰਨਗੇ। ਨਹੀਂ ਪਿਆਰਿਓ, ਇਹ ਸਾਡੀ ਮਾਂ ਬੋਲੀ ਹੈ। ਜਿਹੜਾ ਮਾਂ ਬੋਲੀ ਤੋਂ ਦੂਰ ਚਲਾ ਜਾਂਦਾ ਨਾ, ਉਹ ਇੱਕ ਦਿਨ ਉਹ ਵੀ ਫਨਾਹ ਫਿੱਲਾ ਹੀ ਹੋ ਜਾਂਦਾ ਹੈ। ਤਾਂ ਬੜਾ ਪਿਆਰਾ ਬਚਨ ਫੂਏ ਫਾਲ। ਕਹਿੰਦੇ ਨੇ ਕੁਛ ਜਿਹੜੇ ਨੇ ਬੁਰਸ਼ ਨੇ, ਇਹ ਵਿਚਾਰੇ ਫੂਏ ਫਾਲ ਤੀਲਾ ਤੀਲਾ ਹੋਏ ਫਿਰਦੇ ਹਨ। ਯਾ ਮੁੰਡਿਆ ਸਿਰ ਚੜ੍ਹਬੋ ਕਾਲ। ਇਸ ਮੁੰਡੇ ਦੇ ਸਿਰ ਤੇ ਸਿਰ ਚੜ੍ਹਬੋ ਕਾਲ, ਭਾਵ ਕੀ ਹੈ ਕਿ ਇਹਦੇ ਸਿਰ ਤੇ ਮੌਤ ਚੜ੍ਹ ਕੇ ਨੱਚ ਰਹੀ ਹੈ। ਇਹੋ ਮੁੰਡਿਆ ਸਗਲੋ ਦਰਬ ਖੋਈ। ਇਸ ਮੁੰਡੇ ਨੇ ਜਿਹੜਾ ਧਨ ਸੀ ਨਾ ਕਮਾ ਕੇ ਤੇ ਕੀ ਲਿਆਉਣਾ ਸੀ, ਜਿਹੜੀਆਂ 4 ਛਿੱਲਾਂ ਐ ਸਨ ਨਾ ਘਰ 'ਚ ਪਈਆਂ, ਇਹਨੇ ਉਹ ਵੀ ਸਾਰੀਆਂ ਖਰਚ ਕਰ ਦਿੱਤੀਆਂ, ਉਹਨੇ ਵੀ ਸਾਰੀਆਂ ਗਵਾ ਦਿੱਤੀਆਂ ਹਨ। ਆਵਤ ਜਾਤ ਨਾਕ ਸਰ ਹੋਈ। ਕਹਿੰਦੇ ਨੇ ਆਵਤ ਜਾਤ ਨਾਕ ਸਰ ਹੋਈ। ਕਹਿੰਦੇ ਨੇ ਘਰ 'ਚ ਇੰਨਾ ਆਉਣਾ ਜਾਣਾ ਰਹਿੰਦਾ ਇਸ ਮੁੰਡੇ ਦੇ ਕਰਕੇ ਕਿ ਨਾਕ ਸਰ ਹੋਈ ਦਾ ਮਤਲਬ ਹੁੰਦਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਮੇਰਾ ਤੇ ਨੱਕ 'ਚ ਹੀ ਦਮ ਆ ਗਿਆ, ਮੇਰਾ ਤੇ ਨੱਕ 'ਚ ਦਮ ਆਇਆ ਪਿਆ, ਇੰਨਾ ਇਹਦੇ ਕਰਕੇ ਆਉਣਾ ਜਾਣਾ ਹੈ। ਰਹਾਉ ਤੁਰੀ ਨਾਰ ਕੀ ਛੋਡੀ ਬਾਤਾ। ਕਹਿੰਦੇ ਨੇ ਤੁਰੀ ਉਹ ਹੁੰਦੀ ਹੈ ਜੀ, ਉਹ ਜਿਹਦੇ ਦੁਆਲੇ ਕੱਪੜਾ ਲਪੇਟਦੇ ਨੇ।
ਤੇ ਨਾਰ ਕੀ ਹੈ? ਉਹ ਨਾਲ ਜਿਹਦੇ ਵਿੱਚ ਦੀ ਧਾਗਾ ਕੱਢਦੇ ਨੇ, ਕਹਿੰਦੇ ਨੇ ਉਸ ਤੁਰੀ ਦੀ ਤੇ ਨਾਰ ਦੀ। ਇਹ ਤੇ ਕਹਿੰਦੇ ਗੱਲ ਹੀ ਛੱਡੋ, ਇਹਨੂੰ ਤੇ ਚੇਤਾ ਹੀ ਕੋਈ ਨਹੀਂ ਹੈ। ਰਾਮ ਨਾਮ ਵਾਕਾ ਮਨ ਰਾਤਾ। ਬਸ ਇਹਦਾ ਮਨ ਤੇ ਕੇਵਲ ਰਾਮ ਦੇ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ, ਹਰ ਵੇਲੇ ਰਾਮ ਰਾਮ ਹੀ ਕਰਦਾ ਰਹਿੰਦਾ ਹੈ। ਲੜਕੀ ਲੜਕਨ ਖੈਬ ਨਾਹੇ। ਕਹਿੰਦੇ ਨੇ ਕਿ ਮੁੰਡੇ ਕੁੜੀਆਂ ਜਿਹੜੇ ਨੇ, ਬੱਚੇ ਨੇ ਭਾਵ ਲੜਕੇ ਲੜਕਨ, ਉਹਨਾਂ ਨੂੰ ਤੇ ਖਾਣ ਵਾਸਤੇ ਲੱਭਦਾ ਕੁਛ ਨਹੀਂ, ਕਿਉਂਕਿ ਕੋਈ ਕਮਾਈ ਕਰੇ ਤੇ ਤਾਂ ਹੈ ਨਾ। ਕਹਿੰਦੇ ਨੇ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ, ਉਹਨਾਂ ਬੱਚਿਆਂ ਵਾਸਤੇ ਖਾਣ ਲਈ ਕੁਝ ਨਹੀਂ ਹੈ। ਮੁੰਡਿਆ ਅਨ ਦਿਨ ਧਾਪੇ ਜਾਹੇ। ਪਰ ਜਿਹੜੇ ਇਹਦੇ ਸਾਥੀ ਆਉਂਦੇ ਨੇ ਉਹ ਕਿਹੜੇ ਨੇ? ਸਾਧੂ ਸੰਤ। ਇੱਥੇ ਮੁੰਡਿਆ ਦਾ ਅਰਥ ਆ ਗਿਆ ਕਿ ਜਿਹੜੇ ਸਾਧੂ ਸੰਤ ਆਉਂਦੇ ਸਨ। ਧਾਪੇ ਜਾਏ ਦਾ ਅਰਥ ਹੁੰਦਾ ਹੈ ਕਿ ਉਹ ਤੇ ਰੱਜ ਰੱਜ ਕੇ ਜਾਂਦੇ ਨੇ। ਇਹਦਾ ਮਤਲਬ ਕਿ ਜਿਹੜੇ ਇਹਦੇ ਸਾਥੀ ਸੰਗੀ ਸਾਥੀ ਨੇ ਨਾ, ਉਹਨਾਂ ਨੂੰ ਸਭ ਕੁਝ ਖਵਾ ਦਿੰਦਾ ਹੈ ਤੇ ਆਪਣੇ ਬੱਚਿਆਂ ਦਾ ਖਿਆਲ ਹੀ ਕੋਈ ਨਹੀਂ। ਉਹਦੇ ਜਿਹੜੇ ਸਾਥੀ ਆਉਂਦੇ ਨੇ ਧਾਪੇ ਜਾਏ, ਉਹ ਰੱਜ ਕੇ ਜਾਂਦੇ ਹਨ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਮਾਤਾ ਪਤਾ ਨਹੀਂ ਅੰਦਰੋਂ ਕਿੰਨੀ ਕੁ ਦੁਖੀ ਹੋਏਗੀ, ਕਹਿੰਦੀ ਇੱਕ ਦੋਏ ਮੰਦਰ ਤੇ ਇੱਕ ਦੋਏ ਬਾਟ। ਕਹਿੰਦੇ ਨੇ ਕਿ ਇੱਕ ਦੋ ਤੇ ਅਜੇ ਘਰ 'ਚ ਬੈਠੇ ਹੁੰਦੇ ਨੇ, ਤੇ ਇੱਥੇ ਹੀ ਬਸ ਨਹੀਂ, ਦੋ ਤਿੰਨ ਪਿੱਛੋਂ ਵੀ ਤੁਰੇ ਆਉਂਦੇ ਨੇ, ਉਹ ਰਾਹ 'ਚ ਤੁਰੇ ਆਉਂਦੇ ਨੇ। ਕੁਝ ਤੇ ਘਰ 'ਚ ਬੈਠੇ ਨੇ ਤੇ ਕੁਝ ਅਜੇ ਰਸਤੇ 'ਚ ਤੁਰੇ ਆਉਂਦੇ ਹਨ। ਹਮ ਕਉ ਸਾਥਰ ਉਨ ਕਉ ਖਾਟ। ਕਹਿੰਦੇ ਨੇ ਹੱਦ ਹੋ ਗਈ, ਸਾਡੇ ਘਰ ਵਿੱਚ ਸਾਡੇ ਵਾਸਤੇ ਤੇ ਮੰਜੀ ਕੋਈ ਨਹੀਂ, ਅਸੀਂ ਤੇ ਭੁੰਜੇ ਸੌਈਏ, ਕਿਉਂਕਿ ਆਉਣਾ ਜਾਣਾ ਇੰਨਾ। ਤੇ ਇਹ ਮੁੰਡਾ ਕਰਦਾ ਕੀ ਏ? ਕਬੀਰ ਜੀ ਵਾਸਤੇ ਕਹਿੰਦੇ ਨੇ ਕਿ ਸਾਡੇ ਵਾਸਤੇ ਤੇ ਮੰਜਾ ਕੋਈ ਨਹੀਂ, ਤੇ ਉਨ ਕੋ ਖਾਟ, ਉਹਨਾਂ ਵਾਸਤੇ ਮੰਜੀਆਂ ਵਿਛਾ ਵਿਛਾ ਕੇ ਦਿੰਦਾ ਹੈ। ਮੂੰਡ ਪਲੋਸ ਕਰਮ ਬੰਦ ਪੋਥੀ। ਕਹਿੰਦੇ ਨੇ ਕਿ ਮੂੰਡ ਪਲੋਸ ਕਰਮ ਬੰਦ ਪੋਥੀ। ਉਹਨਾਂ ਨੇ ਆਪਣੀ ਕਮਰ ਦੇ ਨਾਲ ਜਿਹੜੇ ਧਾਰਮਿਕ ਗ੍ਰੰਥ ਨੇ ਨਾ, ਉਹ ਲਟਕਾਏ ਹੁੰਦੇ ਨੇ, ਤੇ ਮੂੰਡ ਪਲੋਸ ਨਾਲ ਗ੍ਰੰਥ ਬੰਨ ਲਏ ਤੇ ਸਿਰ ਤੇ ਹੱਥ, ਟਿੰਡ ਤੇ ਹੱਥ ਫੇਰਦੇ ਕਬੀਰ ਜੀ ਦੇ ਘਰ ਵੱਲ ਨੂੰ ਤੁਰੇ ਆਉਂਦੇ ਹਨ। ਹਮ ਕਉ ਚਾਬਨ ਉਨ ਕਉ ਰੋਟੀ। ਔਰ ਕਹਿੰਦੇ ਨੇ ਕਿ ਹਮ ਕੋ ਚਾਬਨ ਉਨ ਕੋ ਰੋਟੀ। ਸਾਡੇ ਖਾਣ ਵਾਸਤੇ ਰੋਟੀ ਕੋਈ ਨਹੀਂ, ਸਾਨੂੰ ਤੇ ਕਹਿੰਦਾ ਵੀ ਛੋਲੇ ਖਾ ਕੇ ਗੁਜ਼ਾਰਾ ਕਰ ਲਓ। ਚਾਬਨ ਦਾ ਅਰਥ ਹੈ ਭੁੱਜੇ ਛੋਲੇ, ਕਿ ਛੋਲੇ ਖਾ ਕੇ ਗੁਜ਼ਾਰਾ ਕਰ ਲਓ। ਪਰ ਜਿਹੜੇ ਆਪਣੇ ਸਾਥੀ ਨੇ, ਉਹਨਾਂ ਨੂੰ ਰੋਟੀ, ਉਹਨਾਂ ਵਾਸਤੇ ਪ੍ਰਸ਼ਾਦਾ ਛਕਾਉਂਦਾ ਹੈ। ਮੁੰਡਿਆ ਮੁੰਡਿਆ ਹੋਏ ਏਕ। ਇਹ ਮੁੰਡਾ ਤੇ ਜਿਹੜੇ ਇਹਦੇ ਸਾਧੂ ਨੇ ਨਾ, ਇਹ ਦੋਵੇਂ ਇੱਕ ਹੋ ਗਏ ਨੇ। ਕਿਉਂ? ਕਿਉਂਕਿ ਇੱਕ ਪਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ ਹੈ। ਦੇਖੋ, ਜਿੱਥੇ ਵਿਚਾਰ ਰਲਦੀ ਹੈ ਨਾ ਜੀ, ਉੱਥੇ ਪਿਆਰ ਹੁੰਦਾ ਹੈ, ਤੇ ਜਿੱਥੇ ਵਿਚਾਰ ਨਾ ਮਿਲੇ ਉੱਥੇ ਤਕਰਾਰ ਹੁੰਦਾ ਹੈ। ਉੱਥੇ ਤੇ 2 ਮਿੰਟ ਲੱਗਦੇ ਨੇ, ਜਿੱਥੇ ਵਿਚਾਰ ਨਾ ਮਿਲਣ ਉੱਥੇ 5 ਮਿੰਟਾਂ 'ਚ ਹੀ ਲੜਾਈ ਹੋ ਜਾਂਦੀ ਹੈ। ਪਰ ਜਿੱਥੇ ਵਿਚਾਰ ਮਿਲ ਜਾਏ ਉੱਥੇ ਫਿਰ ਪਿਆਰ ਹੁੰਦਾ ਹੈ। ਇਹਨਾਂ ਨੇ ਕਹਿੰਦੇ ਨੇ ਇਸ ਮੁੰਡੇ ਦਾ ਤੇ ਜਿਹੜੇ ਸਾਧੂ ਨੇ ਨਾ, ਇਹ ਦੋਵੇਂ ਇੱਕ ਹੋਏ ਬੈਠੇ ਹਨ। ਇਹ ਮੁੰਡਿਆ ਬੂਡਤ ਕੀ ਟੇਕ। ਪਰ ਕੌਣ ਜਾਣੇ ਕਿ ਇਹ ਜਿਹੜੇ ਸਾਧੂ ਨੇ ਨਾ, ਇਹ ਬੂਡਤ ਕੀ ਟੇਕ। ਕਹਿੰਦੇ ਨੇ ਜਿਹੜਾ ਸੰਸਾਰ ਡੁੱਬ ਰਿਹਾ ਹੈ, ਉਹਨਾਂ ਨੂੰ ਬਚਾਉਣ ਵਾਸਤੇ ਇਹ ਜਿਹੜੇ ਰੱਬ ਦੇ ਪਿਆਰੇ ਨੇ, ਇਹ ਹੀ ਉਹਨਾਂ ਦਾ ਆਸਰਾ ਹਨ। ਸੁਨ ਅੰਦਲੀ ਲੋਈ ਬੇ ਪੀਰ। ਇਹ ਦੁਨੀਆ ਦੇ ਲੋਕੋ, ਇਹ ਨਗੁਰੇ ਲੋਕੋ, ਇਹ ਅਕਲ ਤੋਂ ਸੱਖਣੇ ਲੋਕੋ, ਅਸਲ 'ਚ ਅੰਨੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਗਿਆਨ ਕੋਈ ਨਹੀਂ। ਅੱਖਾਂ ਤੇ ਭਾਵੇਂ ਹੋਣ, ਪਰ ਕਹਿੰਦੇ ਨੇ ਕਿ ਇਹ ਲੋਕੋ, ਇਹ ਨਗੁਰੇ ਲੋਕੋ, ਹੇ ਬੇਪੀਰ ਲੋਕੋ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਇਨ ਮੁੰਡਿਆਂ ਭਜ ਸਰਣ ਕਬੀਰ। ਕਹਿੰਦੇ ਨੇ ਇਹਨਾਂ ਨੇ ਇਨ ਮੁੰਡਿਆਂ ਭਜ ਸ਼ਰਨ ਕਬੀਰ। ਕਹਿੰਦੇ ਨੇ ਕਬੀਰ ਦਾ ਅਰਥ ਹੁੰਦਾ ਵੱਡਾ ਪਰਮਾਤਮਾ। ਕਹਿੰਦੇ ਨੇ ਇਹਨਾਂ ਸਾਧੂਆਂ ਨੇ ਉਸ ਪਰਮਾਤਮਾ ਦੀ ਸਿਮਰ ਸਿਮਰ ਕੇ ਉਹਦੀ ਸ਼ਰਨ ਪ੍ਰਾਪਤ ਕੀਤੀ ਹੈ। ਗੁਰੂ ਸਵਾਰਿਓ, ਸੰਸਾਰੀ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਇੱਕ ਗੱਲ ਯਾਦ ਰੱਖਿਓ
ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜਦੇ ਨੇ, ਉਹਦਾ ਸਿਮਰਨ ਕਰਦੇ ਨੇ ਨਾ, ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਆਪ ਹੀ ਸਵਾਰ ਦਿੰਦਾ ਹੈ। ਅਸਲ ਵਿੱਚ ਕੰਮ ਕਰਨ ਵਾਲਾ ਤੇ ਉਹ ਪਰਮਾਤਮਾ ਆਪ ਹੀ ਹੈ। ਸਾਨੂੰ ਤੇ ਕੋਨੇ ਮੋਹਰੇ ਬਣਾਇਆ, ਜਿਵੇਂ ਕੱਠ ਪੁਤਲੀਆਂ ਹੁੰਦੀਆਂ ਨੇ ਨਾ, ਨਚਾਉਣ ਵਾਲਾ ਪਿੱਛੇ ਬੈਠਾ ਹੁੰਦਾ। ਬਸ ਇਹੀ ਹਾਲ ਹੈ। ਪਰ ਜੇ ਉਸ ਦੇ ਹੋ ਜਾਈਏ ਤੇ ਉਹ ਸਾਰਿਆਂ ਦਾ ਹੋ ਜਾਂਦਾ ਹੈ। ਜਦੋਂ ਉਹ ਹੋ ਜਾਏ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਏ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਮੁੰਡਿਆ ਮੁੰਡਿਆ ਹੁਏ ਏਕ, ਏ ਮੁੰਡਿਆ ਬੂੜਤ ਕੀ ਟੇਕ, ਸੋਨੇ ਅੰਦਲੀ ਲੋਈ ਬੇ ਪੀਰ, ਇਨ ਮੁੰਡਿਆਂ ਭਜ ਸਰਣ ਕਬੀਰ। ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।